ਲਾਸਟ ਲੈਕਚਰ ਦੇ ਵਿੱਚ ਬੇਟਾ ਆਪਾਂ ਜੋ ਨੈਸ ਸੈਂਪਲ ਪੇਪਰ 3rd ਹੈ ਉਸ ਦੇ ਪਹਿਲੇ ਜਿਹੜੇ 20 ਕੁਐਸਚਨ ਸੀਗੇ ਉਹਨਾਂ ਨੂੰ ਆਪਾਂ ਸੋਲਵ ਕੀਤਾ ਸੀ। ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਬਾਕੀ ਰਹਿੰਦੇ ਕੁਐਸਚਨ ਹੈਗੇ 21 ਤੋਂ ਲੈ ਕੇ 35 ਤੱਕ ਉਹਨਾਂ ਨੂੰ ਆਪਾਂ ਅੱਜ ਸੋਲਵ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। 21 ਜਿਹੜਾ ਕੁਐਸਚਨ ਹੈ ਬੇਟਾ ਉਹ ਕੀ ਹੈ, ਦੇਖੋ ਇੱਕ ਬਹੁਪਦ ਵਿੱਚ ਚੱਲ ਦੀ ਘਾਤ ਕੀ ਹੋ ਸਕਦੀ ਹੈ। ਐਕਚੁਅਲ ਦੇ ਵਿੱਚ ਬੇਟਾ ਇਹ ਥੋੜਾ ਜਿਹਾ ਕੁਐਸਚਨ ਮਿਸਟੇਕ ਹੈ। ਇੱਥੇ ਕੁਐਸਚਨ ਇਹ ਪੁੱਛਣਾ ਸੀ ਕਿਹੜੀ ਨਹੀਂ ਹੋ ਸਕਦੀ, ਕਿਹੜੀ ਘਾਤ ਨਹੀਂ ਹੋ ਸਕਦੀ। ਇਹ ਕੁਐਸਚਨ ਆਪਾਂ ਪਹਿਲਾਂ ਵੀ ਇੱਕ ਵਾਰ ਕੀਤਾ ਹੋਇਆਗਾ, ਕਿਉਂਕਿ ਬਹੁਪਦ ਦੀ ਜਿਹੜਾ ਆਪਾਂ ਲਿਖਦੇ ਹਾਂ, ਦੇਖੋ x² + 2x + 3 = 0। ਇੱਕ ਮੈਂ ਬਹੁਪਦ ਲਿਖਿਆ, ਇੱਥੇ x ਦੀ ਘਾਤ ਦੇਖੋ 2 ਹੈ, ਇੱਥੇ 1 ਹੈ, ਔਰ ਇੱਥੇ ਕਿੰਨਾ ਹੈ, ਇਹਨੂੰ 3 ਨੂੰ ਕੀ ਲਿਖ ਸਕਦੇ ਹਾਂ 3x⁻0। ਇੱਥੇ ਕਿੰਨੀ ਹੈ 0। ਤਾਂ ਜਿਹੜੀ ਬਹੁਪਦ ਦੀ ਘਾਤ ਹੁੰਦੀ ਹੈ ਉਹ ਕੀ ਹੁੰਦੀ ਹੈ, ਜਾਂ ਤਾਂ 0 ਹੋ ਸਕਦੀ ਹੈ, 1 ਹੋ ਸਕਦੀ ਹੈ, 2 ਹੋ ਸਕਦੀ ਹੈ, 3 ਹੋ ਸਕਦੀ ਹੈ, 4 ਹੋ ਸਕਦੀ ਹੈ। ਇਸ ਤਰੀਕੇ ਨਾਲ ਵੱਡੀ ਤੋਂ ਵੱਡੀ ਘਾਤ ਕਿੰਨੀ ਹੈ, ਦੇਖੋ ਇੱਥੇ 2 ਹੈ। ਠੀਕ ਹੈ, ਉਹੀ ਬਹੁਪਦ ਦੀ ਕੀ ਹੁੰਦੀ ਹੈ, ਘਾਤ ਹੁੰਦੀ ਹੈ, ਪੋਲੀਨੋਮੀਅਲ ਦੀ ਡਿਗਰੀ ਹੁੰਦੀ ਹੈ। ਤਾਂ ਹੁਣ ਸਾਡੇ ਕੋਲੇ ਜਿਹੜੀ ਘਾਤ ਹੈਗੀ, ਡਿਗਰੀ ਹੈ ਕਿਸੇ ਪੋਲੀਨੋਮੀਅਲ ਦੀ, ਉਹ 0 1 2 3 4 ਇਸ ਤਰੀਕੇ ਨਾਲ ਹੋ ਸਕਦੀ ਹੈ। ਠੀਕ ਹੈ, ਹੁਣ ਪਹਿਲਾ ਆਨਸਰ ਕੀ ਹੈ, ਦੇਖੋ ਪ੍ਰਕਿਰਤਿਕ ਸੰਖਿਆ ਯਾਨੀ ਨੈਚੁਰਲ ਨੰਬਰ। ਨੈਚੁਰਲ ਨੰਬਰ 1 ਤੋਂ ਸਟਾਰਟ ਹੁੰਦੇ ਆ, 1 2 3 ਐਂਡ ਸੋ ਔਨ, ਤਾਂ ਇਹ ਹੋ ਸਕਦੀ ਹੈ। ਠੀਕ ਹੈ, ਅੱਗੇ ਹੈ ਧਨਾਤਮਕ ਸੰਖਿਆ। ਇੱਥੇ ਧਨਾਤਮਕ ਸੰਪੂਰਨ ਸੰਖਿਆ ਲਿਖਣਾ ਸੀ, ਪੋਜ਼ਿਟਿਵ ਇੰਟੀਜਰ। ਇੰਗਲਿਸ਼ ਮੀਡੀਅਮ 'ਚ ਦੇਖੋ ਇੰਟੀਜਰ ਕੀ ਹੁੰਦੀ ਹੈ, ਸੰਪੂਰਨ ਸੰਖਿਆ। ਪੋਜ਼ਿਟਿਵ ਦਾ ਮਤਲਬ ਧਨਾਤਮਕ, ਪਲੱਸ ਵਾਲੀਆਂ, ਜਿਵੇਂ 0 1 2 3 4 ਇਸ ਤਰੀਕੇ ਨਾਲ ਇਹ ਵੀ ਹੋ ਸਕਦੀ ਹੈ। ਅੱਗੇ ਪੂਰਨ ਸੰਖਿਆ। ਪੂਰਨ ਸੰਖਿਆਵਾਂ ਯਾਨੀ ਹੋਲ ਨੰਬਰ 0 ਤੋਂ ਸਟਾਰਟ ਹੁੰਦੀਆਂ, 0 1 2 3 ਐਂਡ ਸੋ ਔਨ, ਤਾਂ ਇਹ ਵੀ ਜਿਹੜੀ ਹੈਗੀ ਹੈ ਬਹੁਪਦ ਦੀ ਘਾਤ ਹੋ ਸਕਦੀ ਹੈ। ਅੱਗੇ ਹੈ ਰਿਣਾਤਮਕ ਸੰਖਿਆ, ਮਾਈਨਸ ਵਾਲੀ, ਜਿਵੇਂ -1 -2 -3 ਇਸ ਤਰੀਕੇ ਨਾਲ। ਤਾਂ ਇਹ ਸਾਡਾ ਆਨਸਰ ਹੈ, ਇਹ ਹੈ ਜਿਹੜੀ ਬਹੁਪਦ ਦੀ ਘਾਤ ਨਹੀਂ ਹੋ ਸਕਦੀ, ਕਿਉਂਕਿ ਦੇਖੋ x ਦੀ ਜਿਹੜੀ ਘਾਤ ਜਦੋਂ ਮਾਈਨਸ ਕਰ ਦਾਂਗੇ ਆਪਾਂ, -1 ਕਰਤਾ ਤਾਂ 1/x ਹੋ ਜੂਗਾ, ਤਾਂ ਇਹ ਬਹੁਪਦ ਨਹੀਂ ਹੈਗਾ। ਇਹ ਕੀ ਹੈ, ਇੱਕ ਵਿਅੰਜਕ ਹੈ। ਠੀਕ ਹੈ, ਰੈਸ਼ਨਲ ਫੰਕਸ਼ਨ ਬਣ ਜਾਂਦਾ ਉਹ। ਤਾਂ ਚੱਲਦੇ ਨੈਕਸਟ ਕੁਐਸਚਨ ਤੇ। ਅਗਲਾ ਜਿਹੜਾ ਕੁਐਸਚਨ ਹੈ ਸਾਡੇ ਕੋਲ, ਦੇਖੋ ਕੀ ਹੈ, x + 3 = 0 ਦੇ ਗ੍ਰਾਫ ਦੀ ਰੇਖਾ ਕਿਸ ਤਰ੍ਹਾਂ ਦੀ ਹੋਊਗੀ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਉਸ ਨੂੰ ਦੁਬਾਰਾ ਮੈਂ ਸਮਝਾਉਣਾ ਬੇਟਾ ਤੁਹਾਨੂੰ। x + 3 ਦੀ ਵੈਲਿਊ 0 ਦੇ ਬਰਾਬਰ ਹੈ, ਤਾਂ ਇੱਥੋਂ x = ਕੀ ਆ ਗਿਆ, -3। ਮੈਂ ਤੁਹਾਨੂੰ ਦੱਸਿਆ ਸੀ ਜਿਹੜੀਆਂ x = ਲਾਈਨਾਂ ਹੁੰਦੀਆਂ ਇਹ x ਧੁਰੇ ਦੇ ਉੱਪਰ ਲੰਬ ਹੁੰਦੀਆਂ ਔਰ y ਧੁਰੇ ਦੇ ਕੀ ਹੁੰਦੀਆਂ, ਸਮਾਂਤਰ ਹੁੰਦੀਆਂ। ਇਸ ਤਰੀਕੇ ਨਾਲ ਖੜਵੀਆਂ ਰੇਖਾਵਾਂ ਹੁੰਦੀਆਂ। x = ਕੋਈ ਲਾਈਨ ਆਉਂਦੀ ਹੈ, ਇੱਥੇ ਦੇਖੋ x ਦੀ ਵੈਲਿਊ 1 ਹੈ। ਆ ਇੱਕ ਆਪਣੇ ਕੋਲੇ ਗ੍ਰਾਫ ਮੈਂ ਬਣਾ ਰੱਖਿਆ, ਦੇਖੋ x ਦੀ ਵੈਲਿਊ ਇੱਥੇ 1 ਹੈ, ਇੱਥੇ 2 ਹੈ, ਇੱਥੇ 3 ਹੈ, ਔਰ ਇੱਥੇ ਕਿੰਨੇ ਮੂਲ ਬਿੰਦੂ ਤੇ 0। ਇੱਥੇ -1 ਹੈ, ਇੱਥੇ -2 ਹੈ, ਇੱਥੇ -3 ਹੈ। ਤਾਂ ਸਾਡੇ ਕੋਲੇ ਜਿਹੜੀ x = -3 ਹੈ, ਜਿਹੜੀ ਲਾਈਨ ਹੋਊਗੀ ਉਹ ਆਹ ਵਾਲੀ ਲਾਈਨ ਹੋਊਗੀ, ਜਿਹੜੀ ਮੈਂ ਡਰਾ ਕਰ ਰੱਖੀ ਹੈ ਯੈਲੋ ਕਲਰ ਦੇ ਵਿੱਚ। ਦੇਖੋ ਤਾਂ ਜਿਹੜੀ ਇਹ ਲਾਈਨ ਹੈ, ਕਿਹੜੀ ਲਾਈਨ ਹੈ, x = -3 ਹੈ। ਤਾਂ ਇਸਦਾ ਜਿਹੜਾ ਗ੍ਰਾਫ ਹੈ, ਦੇਖੋ ਇਹ y ਧੁਰੇ ਦੇ ਸਮਾਂਤਰ ਹੈ। ਆਹ y ਧੁਰਾ ਹੋ ਗਿਆ, y ਧੁਰੇ ਦੇ ਕੀ ਆ, ਉਹ ਪੈਰਲਲ ਹੈ ਦੇਖੋ, ਔਰ x ਧੁਰੇ ਤੇ ਕੀ ਹੈ, ਲੰਬ ਹੈ। ਆਹ ਲੰਬ ਬਣਿਆ ਹੋਇਆ ਕਿਹਦੇ ਉੱਪਰ, x ਧੁਰੇ ਦੇ ਉੱਪਰ। ਔਰ ਜਿਹੜਾ ਇਹ ਪੁਆਇੰਟ ਹੈਗਾ x ਧੁਰੇ ਦੇ ਉੱਪਰ, x ਧੁਰੇ ਤੇ ਜਿਹੜਾ ਪੁਆਇੰਟ ਹੁੰਦਾ ਬੇਟਾ, ਉਹਦੇ ਵਿੱਚ y ਦੀ ਵੈਲਿਊ ਕੀ ਹੁੰਦੀ ਹੈ, 0 ਹੁੰਦੀ ਹੈ। ਤਾਂ ਇਸ ਕਰਕੇ ਜਿਹੜਾ ਇਹ ਪੁਆਇੰਟ ਕੀ ਹੋਊਗਾ, -3 0। ਜਿਹੜੀ ਇਹ ਲਾਈਨ ਹੈ ਕਿਹੜੇ ਪੁਆਇੰਟ ਵੀ ਦੀ ਪਾਸ ਕਰਦੀ ਹੈ, -3 0 ਵੀ ਦੀ ਪਾਸ ਕਰਦੀ ਹੈ। ਪਹਿਲਾ ਜਿਹੜਾ ਸਾਡਾ ਆਪਸ਼ਨ ਹੈ, ਦੇਖੋ x ਧੁਰੇ ਦੇ ਸਮਾਂਤਰ ਔਰ ਬਿੰਦੂ -3 0 ਵਿੱਚੋਂ ਲੰਘਦੀ ਹੈ। ਪਹਿਲੀ ਗੱਲ, ਜਿਹੜੀ ਇਹ ਰੇਖਾ ਹੈ x ਧੁਰੇ ਦੇ ਸਮਾਂਤਰ ਨਹੀਂ ਹੈਗੀ, ਇਸ ਕਰਕੇ ਸਾਡਾ ਪਹਿਲਾ ਆਨਸਰ ਹੈ ਜਿਹੜਾ ਉਹ ਨਹੀਂ ਹੋ ਸਕਦਾ, ਕਿਉਂਕਿ x ਧੁਰੇ ਦੇ ਕੀ ਇਹ ਲੰਬ ਹੈ। ਦੇਖੋ 90 ਦਾ ਕੋਣ ਬਣਾ ਰਹੀ ਹੈ x ਧੁਰੇ ਦੇ ਨਾਲ। ਤਾਂ ਦੂਸਰਾ ਜਿਹੜਾ ਆਪਸ਼ਨ ਹੈ, ਦੇਖੋ y ਧੁਰੇ ਦੇ ਸਮਾਂਤਰ। ਹਾਂ ਬਿਲਕੁਲ ਠੀਕ ਹੈ, y ਧੁਰੇ ਦੇ ਸਮਾਂਤਰ ਹੈਗੀ ਹੈ, ਪੈਰਲਲ ਹੈਗੀ ਹੈ ਉਸਦੇ। ਦੇਖੋ ਆਹ ਸਾਡੇ ਕੋਲ y ਧੁਰਾ ਹੈਗਾ, ਗ੍ਰੀਨ ਲਾਈਨ ਦੇਖੋ, ਔਰ ਇਹ ਦੋਨੋਂ ਲਾਈਨਾਂ ਕੀ ਆਪਸ 'ਚ ਦੇਖੋ ਪੈਰਲਲ ਹੈ, ਇੱਥੇ ਪੈਰਲਲ ਬਣ ਰਹੀਆਂ ਇੱਕ ਦੂਸਰੇ ਦੇ। ਠੀਕ ਹੈ, ਔਰ ਬਿੰਦੂ -3 0 ਵਿੱਚੋਂ ਲੰਘਦੀ ਹੈ। ਇਹ ਠੀਕ ਹੈ, ਇਹ ਆਪਣਾ ਜਿਹੜਾ ਆਨਸਰ ਹੈ ਇਹ ਮਿਲ ਰਿਹਾ, ਕਿਉਂਕਿ ਪੁਆਇੰਟ ਕਿਹੜਾ ਸਾਡੇ ਕੋਲ ਜਿਸ ਦੇ ਵਿੱਚ ਦੀ ਇਹ ਪਾਸ ਕਰ ਰਹੀ ਹੈ, -3 0। ਤਾਂ ਠੀਕ ਹੈ, ਪੈਰਲਲ ਟੂ y axis ਐਂਡ ਪਾਸਿੰਗ ਥਰੂ ਪੁਆਇੰਟ -3 0। ਤਾਂ ਬਿਲਕੁਲ ਰਾਈਟ ਆਨਸਰ ਹੈ ਇਹ। ਬਾਕੀ ਅਗਲੇ ਜਿਹੜੇ ਆਪਸ਼ਨ ਹੈ ਜੋ ਤੁਸੀਂ ਚੈੱਕ ਕਰਨੇ ਬੇਟਾ, ਦੇਖੋ y ਧੁਰੇ ਦੇ ਸਮਾਂਤਰ ਬਿੰਦੂ ਗਲਤ ਦਿੱਤਾ ਹੋਇਆ, ਇੱਥੇ 0 -3 ਇਹ ਗਲਤ ਹੈ। ਇੱਥੇ x ਧੁਰੇ ਦੇ ਸਮਾਂਤਰ ਲਿਖ ਰੱਖਿਆ ਹੈ, ਇਹ ਵੀ ਗਲਤ ਹੈ। ਤਾਂ ਇਹ ਸਾਡੇ ਕੋਲ ਕੀ ਸੀਗਾ, ਰਾਈਟ ਆਨਸਰ ਸੀਗਾ। ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਦੇਖੋ ਨੈਕਸਟ ਕੁਐਸਚਨ ਦੇ ਵਿੱਚ ਕੀ ਹੈ, ਦੋ ਟ੍ਰਾਇੰਗਲ ਨੇ, ਇੱਕ ਹੈ ABC ਔਰ ਇੱਕ ਹੈ DEF। ਦੋਨਾਂ ਦੇ ਵਿੱਚ ਸਾਨੂੰ ਕੀ ਦਿੱਤਾ ਹੋਇਆ, B ਕੋਣ E ਦੇ ਬਰਾਬਰ ਹੈ
ਔਰ C ਕੋਣ F ਦੇ ਬਰਾਬਰ ਹੈ। ਤਾਂ ਕਹਿੰਦੇ ਜੇਕਰ ਟ੍ਰਾਇੰਗਲ ABC ਸਰਵੰਗ ਸਮ ਹੈ, ਕੰਗਰੂਐਂਟ ਹੈ ਕਿਸ ਦੇ, ਟ੍ਰਾਇੰਗਲ DEF ਦੇ, ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਪਸ਼ਨ ਹੈ, ਜਿਹੜਾ 4 ਸਾਨੂੰ ਆਪਸ਼ਨ ਦਿੱਤੇ ਹੋਏ ਹੈ, ਠੀਕ ਹੋਊਗਾ, ਇਹ ਅਸੀਂ ਦੱਸਣਾ ਹੈ। ਦੇਖੋ ਜਿਹੜੀ ਪਹਿਲਾਂ ਸਾਡੇ ਕੋਲ ਟ੍ਰਾਇੰਗਲ ਹੈ ਉਹ ਹੈ AB ਔਰ C, ਉਸ ਤੋਂ ਬਾਅਦ ਹੈ DE ਔਰ F, 2 ਟ੍ਰਾਇੰਗਲ ਨੇ ਸਾਡੇ ਕੋਲੇ। ਪਹਿਲਾ ਜਿਹੜਾ ਸਾਨੂੰ ਕੀ ਕਿਹਾ ਹੋਇਆ, ਐਂਗਲ ਜਿਹੜਾ B ਐਂਗਲ ਹੈ, ਦੇਖੋ ਆਹ ਵਾਲਾ ਐਂਗਲ E ਦੇ ਇਕੁਅਲ ਹੈ, ਔਰ ਜਿਹੜਾ ਐਂਗਲ C ਹੈ ਉਹ ਕਿਸ ਦੇ ਇਕੁਅਲ ਹੈ, ਐਂਗਲ F ਦੇ ਇਕੁਅਲ ਹੈ। ਤਾਂ 2 ਟ੍ਰਾਇੰਗਲਸ ਨੂੰ ਸਿਮੀਲਰ ਹੋਣ ਵਾਸਤੇ, ਟ੍ਰਾਇੰਗਲ ABC ਨੂੰ ਸਰਵੰਗਸਮ ਹੋਣ ਵਾਸਤੇ DEF ਦੇ, ਤਾਂ ਇੱਕ ਰੂਲ ਹੁੰਦਾ ਬੇਟਾ, ਉਹ ਕੀ ਹੁੰਦਾ ਹੈ, SAS, ਇੱਕ ਹੁੰਦਾ ASA। ਇਹ ਕੀ ਹੁੰਦਾ ਹੈ, ਜੇ 2 ਐਂਗਲ ਬਰਾਬਰ ਹੈ ਤਾਂ ਉਹਨਾਂ ਦੇ ਵਿਚਕਾਰਲੀ ਜਿਹੜੀ ਸਾਈਡ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। 2 ਤ੍ਰਿਭੁਜਾਂ ਨੂੰ ਸਰਵੰਗਸਮ ਹੋਣ ਦੇ ਕਿਹੜੇ ਕਿਹੜੇ ਰੂਲ ਹੈ, ਸਾਰੇ ਤੁਹਾਨੂੰ ਇੱਕ ਵਾਰ ਮੈਂ ਡਿਸਕਸ ਕਰਦਾ ਤੁਹਾਡੇ ਨਾਲ। ਪਹਿਲਾ ਹੈ ਸਾਰੀਆਂ ਸਾਈਡਸ ਇਕੁਅਲ ਹੋਣ, ਪਹਿਲਾ ਰੂਲ ਕੀ ਹੈ, ਸਾਈਡ ਯਾਨੀ ਸਾਰੀਆਂ ਸਾਈਡਸ ਕੀ ਹੋਣੀਆਂ ਚਾਹੀਦੀਆਂ, ਇਕੁਅਲ ਹੋਣੀਆਂ ਚਾਹੀਦੀਆਂ। ਇੱਕ ਰੂਲ ਸਾਡੇ ਕੋਲ ਹੈਗਾ 2 ਸਾਈਡਸ ਇਕੁਅਲ ਹੋਣ ਔਰ ਉਹਨਾਂ ਦਾ ਵਿਚਕਾਰਲਾ ਜਿਹੜਾ ਕੋਣ ਹੈ ਉਹ ਬਰਾਬਰ ਹੋ ਜੇ, ਜਾਂ ਇੱਕ ਸਾਡੇ ਕੋਲੇ ਰੂਲ ਹੈ ਜੇ 2 ਕੋਣ ਬਰਾਬਰ ਹੈ ਤਾਂ ਉਹਨਾਂ ਦੇ ਵਿਚਕਾਰਲੀ ਭੁਜਾ ਜਿਹੜੀ ਸਾਈਡ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਇੱਕ ਹੋਰ ਨਿਯਮ ਹੁੰਦਾ ਹੈ RHS, ਰਾਈਟ ਐਂਗਲ, ਸਮਕੋਣ, ਹਾਈਪੋਟਨਿਊਜ਼ ਯਾਨੀ ਕਰਨ ਬਰਾਬਰ ਹੋਵੇ ਔਰ ਇੱਕ ਭੁਜਾ ਬਰਾਬਰ ਹੋਵੇ। ਇਹ 4 ਰੂਲ ਹੈ ਜਿਹੜੇ, ਇਹ ਕਿਸ ਦੇ ਰੂਲ ਹੈ, ਸਰਵੰਗ ਸਮਤਾ ਦੇ ਰੂਲ ਹੈ, ਯਾਨੀ ਕੰਗਰੂਐਂਸੀ ਦੇ ਰੂਲ ਹੈ। ਸਰਵੰਗ ਸਮਤਾ ਦੇ ਜਿਹੜੇ ਰੂਲ ਹੈ ਇਹ। ਤਾਂ ਹੁਣ ਸਾਡੇ ਕੋਲੇ ਦੇਖੋ ਇਸ ਕੁਐਸਚਨ ਦੇ ਵਿੱਚ ਕੀ ਸੀ, 2 ਐਂਗਲ ਇਕੁਅਲ ਦਿੱਤੇ ਹੋਏ ਸੀ, ਕਿਹੜੇ ਕਿਹੜੇ, ਇੱਕ BE ਦੇ ਇਕੁਅਲ ਔਰ C F ਦੇ ਇਕੁਅਲ। ਤਾਂ ਉੱਥੋਂ ਰਿਜ਼ਲਟ ਨਿਕਲ ਕੇ ਇਹ ਆਉਂਦਾ ਹੈ, ਜੇ 2 ਟ੍ਰਾਇੰਗਲ ਨੂੰ ਆਪਾਂ ਸਰਵੰਗਸਮ ਕਰਨਾ ਹੈ ਤਾਂ ਇੱਥੇ ਕਿਹੜਾ ਰੂਲ ਲੱਗੂਗਾ, ASA ਲੱਗੂਗਾ, ਠੀਕ ਹੈ। ਉਹਨਾਂ ਦੇ ਵਿਚਕਾਰਲੀ ਜਿਹੜੀ ਭੁਜਾ ਹੈ, ਪਹਿਲੀ ਤ੍ਰਿਭੁਜ ਦੇ ਵਿੱਚ ਵਿਚਕਾਰਲੀ ਭੁਜਾ ਕਿਹੜੀ ਬਣਦੀ ਹੈ, BC, ਦੂਸਰੀ ਦੇ ਵਿੱਚ ਕਿਹੜੀ ਬਣਦੀ ਹੈ, EF, ਦੋਨਾਂ ਕੋਣਾਂ ਦੇ ਵਿਚਕਾਰਲੀ ਭੁਜਾ। ਤਾਂ ਇਹਨਾਂ ਨੂੰ ਬਰਾਬਰ ਹੋਣਾ ਪਊਗਾ ਜੇ ਟ੍ਰਾਇੰਗਲ ਨੂੰ ਕੀ ਕਰਨਾ ਹੈ, ਸਰਵੰਗਸਮ ਕਰਨਾ ਹੈ। ਤਾਂ ਦੇਖੋ 3rd ਆਪਸ਼ਨ ਦੇ ਵਿੱਚ ਬੇਟਾ ਇਹ ਮਿਲ ਰਿਹਾ ਸਾਨੂੰ BC ਬਰਾਬਰ EF, ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ। ਅੱਗੇ ਚੱਲਦੇ ਹਾਂ ਜੀ, ਨੈਕਸਟ ਕੁਐਸਚਨ ਦੇਖੋ 24th। ਇੱਕ ਟ੍ਰਾਇੰਗਲ ਦੇ ਵਿੱਚ ਕੀ ਹੈ, ABC ਦੇ ਸਿਖਰ A ਨੂੰ BC ਦੇ ਮੱਧ ਬਿੰਦੂ D ਨਾਲ ਮਿਲਾਇਆ ਜਾਂਦਾ ਹੈ। ਦੇਖੋ ਇੱਕ ਟ੍ਰਾਇੰਗਲ ਸਾਡੇ ਕੋਲ ਬਣੀ ਹੋਈ ਹੈ A B ਔਰ C, D ਕੀ ਹੈ ਇਸ ਦਾ, BC ਦਾ ਮਿਡ ਪੁਆਇੰਟ ਹੈ, ਔਰ EAD ਦਾ ਮਿਡ ਪੁਆਇੰਟ ਹੈ। E ਜਿਹੜਾ ਪੁਆਇੰਟ ਹੈ ਉਹ ਕਿਸ ਦਾ ਮਿਡ ਪੁਆਇੰਟ ਹੈ, AD ਦਾ। ਤਾਂ ਟ੍ਰਾਇੰਗਲ BED ਦਾ ਜਿਹੜਾ ਖੇਤਰਫਲ ਹੈ, ਏਰੀਆ ਹੈ, ਉਹ ਸਾਨੂੰ ਪੁੱਛਿਆ ਹੋਇਆ। ਤਾਂ ਦੇਖੋ ਜਿਹੜਾ ਜਦੋਂ ਆਪਾਂ ਮਿਡ ਪੁਆਇੰਟ ਨੂੰ ਉੱਪਰ ਵਾਲੇ ਸਿਖਰ ਨਾਲ ਮਿਲਾ ਦਾਂਗੇ, A ਨਾਲ, D ਨੂੰ A ਨਾਲ ਮਿਲਾ ਦਾਂਗੇ, ਤਾਂ ਜਿਹੜੀ AD ਹੈ ਉਹ ਕੀ ਹੈ, ਟ੍ਰਾਇੰਗਲ ਦੀ ਮੱਧਿਕਾ ਹੈ, ਜਿਹਨੂੰ ਅਸੀਂ ਮੀਡੀਅਨ ਕਹਿੰਦੇ ਆ। ਇਹ ਕੀ ਬਣ ਗਈ, ਮੱਧਿਕਾ, ਜਿਹਨੂੰ ਅਸੀਂ ਕੀ ਕਹਿੰਦੇ ਆ, ਮੀਡੀਅਨ। ਇਹ ਟ੍ਰਾਇੰਗਲ ਦੀ ਤ੍ਰਿਭੁਜ ਦੀ ਕੀ ਹੈ, ਮੱਧਿਕਾ ਹੈ। ਤਾਂ ਇੱਕ ਛੋਟਾ ਜਿਹਾ ਆਪਣੇ ਕੋਲ ਰਿਜ਼ਲਟ ਹੁੰਦਾ ਬੇਟਾ, ਜਦੋਂ ਮੱਧਿਕਾ ਹੁੰਦੀ ਹੈ ਜਿਹੜੀ ਕਿਸੇ ਤ੍ਰਿਭੁਜ ਨੂੰ 2 ਬਰਾਬਰ ਖੇਤਰਫਲਾਂ ਦੇ ਵਿੱਚ ਕੀ ਕਰ ਦਿੰਦੀ ਹੈ, ਉਹ ਵੰਡ ਦਿੰਦੀ ਹੈ। ਤਾਂ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਜਿਹੜਾ ਏਰੀਆ ਟ੍ਰਾਇੰਗਲ ABD ਦਾ ਹੋਊਗਾ ਉਹ ਪੂਰੀ ਟ੍ਰਾਇੰਗਲ ਦਾ ਹਾਫ ਹੋ ਜਾਊਗਾ। ABC ਦਾ ਕੀ ਹੋ ਜਾਊਗਾ, ਹਾਫ ਹੋ ਜਾਊਗਾ। ਯਾਨੀ ਮੈਂ ਇਹ ਕਹਿਣਾ ਚਾਹੁੰਦਾ ਬੇਟਾ ਵੀ ਜਿਹੜਾ AD ਹੈ ਇਸ ਨੇ ਪਹਿਲਾਂ ਵਾਲੀ ਟ੍ਰਾਇੰਗਲ ਨੂੰ 2 ਭਾਗਾਂ ਦੇ ਵਿੱਚ ਵੰਡਤਾ, ਕਿਹੜੇ ਕਿਹੜੇ, ਇੱਕ ਤਾਂ ABD ਟ੍ਰਾਇੰਗਲ ਔਰ ਇੱਕ ADC ਟ੍ਰਾਇੰਗਲ। ਤਾਂ ਦੋਨਾਂ ਦਾ ਖੇਤਰਫਲ ਬਰਾਬਰ ਹੋਊਗਾ, ਔਰ ਕਿਸ ਦੇ ਬਰਾਬਰ ਹੋਊਗਾ, ਪੂਰੀ ਟ੍ਰਾਇੰਗਲ ਦੇ ਹਾਫ ਦੇ ਬਰਾਬਰ ਹੋਊਗਾ, ਅੱਧਾ ਹੋਊਗਾ ਪੂਰੀ ਟ੍ਰਾਇੰਗਲ ਦਾ, ਠੀਕ ਹੈ। ਹੁਣ ਕੀ ਹੋਇਆ, ਉਸ ਤੋਂ ਬਾਅਦ ਜਿਹੜੇ ਸਾਡੇ ਕੋਲ E ਮਿਡ ਪੁਆਇੰਟ ਹੈ, E ਕਿਸ ਦਾ ਮਿਡ ਪੁਆਇੰਟ ਹੈ, AD ਦਾ। ਤਾਂ ਜਿਹੜੀ BE ਹੈ, BE ਇਹ ਵੀ ਇੱਕ ਮੀਡੀਅਨ ਹੈ, ਮੱਧਿਕਾ ਹੈ। ਕਿਸ ਦੀ ਮੱਧਿਕਾ ਹੈ, BE ਟ੍ਰਾਇੰਗਲ ABD ਦੀ, ਕਿਉਂਕਿ E ਮਿਡ ਪੁਆਇੰਟ ਸੀ, ਮਿਡ ਪੁਆਇੰਟ ਨੂੰ B ਨਾਲ ਮਿਲਾਇਆ ਤਾਂ ਇਹ ਵੀ ਕੀ ਹੋ ਗਈ, ਇੱਕ ਮੀਡੀਅਨ ਹੋ ਗਈ, ਮੱਧਿਕਾ ਹੋ ਗਈ। ਜਦੋਂ ਹੁਣ ਇਹ ਮੱਧਿਕਾ ਹੈ ਤਾਂ ਜਿਹੜਾ BDE ਏਰੀਆ ਹੋਊਗਾ, ਜਿਹੜਾ ਏਰੀਆ BDE ਹੋਊਗਾ ਉਹ ਕੀ ਹੋਊਗਾ, ਹਾਫ ਹੋਊਗਾ ਕਿਸ ਦਾ,
ट्रायंगल ABD ਦਾ ਜਿਸ ਦੀ ਉਹ ਮਦਕ ਹੈ। ਤਾਂ ਇਹ ਸਾਨੂੰ ਪਹਿਲਾਂ ਹੀ ਪਤਾ ਹੈਗਾ ਉੱਪਰ ਇਕੁਏਸ਼ਨ ਦੇ ਵਿੱਚ ABD ਦਾ ਜਿਹੜਾ ਏਰੀਆ ਸੀ ਉਹ ਕਿਸ ਦੇ ਇਕੁਅਲ ਆਇਆ ਸੀਗਾ 1/2 ਏਰੀਆ ABC। ਤਾਂ ਹੁਣ ਸਾਡੇ ਕੋਲ ਰਿਜ਼ਲਟ ਕੀ ਆਇਆ ਦੇਖੋ, ਇਹ ਆ ਗਿਆ 1/2 ਦੀ 1/2 ਨਾਲ ਮਲਟੀਪਲਾਈ ਕੀਤੀ 1/4 ਏਰੀਆ ABC। ਤਾਂ ਜਾਨੀ ਅਸੀਂ ਇਹ ਕਹਿ ਸਕਦੇ ਹਾਂ ਜਿਹੜਾ ਸਾਡੇ ਕੋਲੇ BDE ਏਰੀਆ ਹੈ ਉਹ ਕਿਸ ਦੇ ਬਰਾਬਰ ਹੈ 1/4 ਏਰੀਆ ABC। ਤਾਂ ਇਸ ਨੂੰ ਤੁਸੀਂ ਬੇਟਾ ਨੋਟ ਕਰ ਲਓ ਕੁਐਸਚਨ ਨੂੰ। ਤਾਂ ਇਸਦਾ ਜਿਹੜਾ ਰਾਈਟ ਆਨਸਰ ਸੀਗਾ ਉਹ ਦੇਖੋ ਕੀ ਹੈਗਾ ਆਪਸ਼ਨ ਦੇ ਵਿੱਚ ਆ ਕੇ। ਤਾਂ ਜਿਹੜਾ ਸਾਡੇ ਕੋਲੇ ਥਰਡ ਆਪਸ਼ਨ ਹੈ ਉਹ ਬਿਲਕੁਲ ਰਾਈਟ ਆਨਸਰ ਹੈ। ਸਾਨੂੰ BED ਦਾ ਏਰੀਆ ਪੁੱਛਿਆ ਹੋਇਆ ਸੀ ਯਾਨੀ BDE, ਤਾਂ ਉਹ ਕਿਸ ਦੇ ਬਰਾਬਰ ਆ ਗਿਆ 1/4 ਏਰੀਆ ਟ੍ਰਾਇੰਗਲ ABC। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇਖੋ, ਇੱਕ ਤਿਕੋਣ AOB ਦਾ ਖੇਤਰਫਲ ਜਿਸ ਵਿੱਚ O.00 ਹੈ ਮੂਲ ਬਿੰਦੂ ਹੈ, A ਪੁਆਇੰਟ ਕੀ ਹੈ 40 ਔਰ B ਪੁਆਇੰਟ ਹੈ 06। ਤਾਂ ਇਸ ਟ੍ਰਾਇੰਗਲ ਦਾ ਜਿਹੜਾ ਏਰੀਆ ਸੀ ਉਹ ਫਾਈਂਡ ਆਊਟ ਕਰਨਾ ਹੈ। ਇਸ ਨੂੰ ਅਸੀਂ ਦੋ ਤਰੀਕੇ ਨਾਲ ਕਰ ਸਕਦੇ ਹਾਂ, ਪਰ ਜਿਹੜਾ ਸ਼ਾਰਟਕਟ ਮੈਥਡ ਹੈ ਬੇਟਾ ਆਪਾਂ ਉਸ ਨੂੰ ਅਪਲਾਈ ਕਰਦੇ ਹਾਂ। ਦੇਖੋ ਜੇ ਅਸੀਂ ਗ੍ਰਾਫ ਬਣਾਉਂਦੇ ਹਾਂ, ਗ੍ਰਾਫ ਦੇ ਉੱਪਰ ਅਸੀਂ ਦੇਖੋ ਇਸ ਤਰੀਕੇ ਨਾਲ ਸਾਡੇ ਕੋਲੇ ਗ੍ਰਾਫ ਹੁੰਦਾ ਹੈਗਾ, ਆ X ਤੁਰਾ ਹੁੰਦਾ, Y ਤੁਰਾ ਹੁੰਦਾ, ਇੱਥੇ ਪੁਆਇੰਟ ਹੁੰਦਾ ਹੈਗਾ 00, ਆ ਸਾਡੇ ਕੋਲੇ O ਪੁਆਇੰਟ ਦਿੱਤਾ ਹੋਇਆ ਸੀ 00। 1.40 ਹੈ ਉਹ ਇੱਥੇ ਬਣ ਜਾਏਗਾ 40 ਔਰ ਇੱਕ ਪੁਆਇੰਟ ਇੱਥੇ ਬਣਾਵਾਂਗੇ ਆਪਾਂ ਉਹ ਕਿਹੜਾ 06। ਦੇਖੋ 40 ਪੁਆਇੰਟ ਦੇ ਵਿੱਚ y ਦੀ ਵੈਲਿਊ 0 ਹੈ ਤਾਂ ਇਹ x ਤੁਰੇ ਤੇ ਬਣੂਗਾ, 06 ਦੇ ਵਿੱਚ x ਦੀ ਵੈਲਿਊ 0 ਹੈ ਤਾਂ ਇਹ y ਤੁਰੇ ਤੇ ਬਣੂਗਾ। ਇਹਨਾਂ ਨੂੰ ਮਿਲਾ ਦਾਂਗੇ, ਇਹ ਸਾਡੇ ਕੋਲੇ ਕੀ ਬਣ ਗਈ ਟ੍ਰਾਇੰਗਲ। ਹੁਣ ਟ੍ਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨਾ ਹੈ। ਆਹ ਡਿਸਟੈਂਸ ਹੈ ਜਿਹੜੀ ਹੇਠਾਂ x ਤੁਰੇ ਤੇ ਉਹ 4 ਹੈ, y ਤੁਰੇ ਦੇ ਉੱਪਰ ਜਿਹੜੀ ਆ ਡਿਸਟੈਂਸ ਆ ਉਹ 6 ਹੈ ਔਰ ਆ ਜਿਹੜਾ ਕੋਣ ਹੈ ਉਹ 90 ਡਿਗਰੀ ਦਾ ਹੈ। ਤਾਂ ਸਮਕੋਣ ਤ੍ਰਿਭੁਜ ਦਾ ਜਦੋਂ ਅਸੀਂ ਏਰੀਆ ਫਾਈਂਡ ਆਊਟ ਕਰਦੇ ਹਾਂ, ਖੇਤਰਫਲ ਪਤਾ ਕਰਦੇ ਹਾਂ ਕਿਸੇ ਵੀ ਸਮਕੋਣ ਤਿਕੋਣ ਦਾ ਰਾਈਟ ਐਂਗਲ ਦਾ, ਤਾਂ ਫਾਰਮੂਲਾ ਕੀ ਹੁੰਦਾ 1/2 ਬੇਸ ਇੰਟੂ ਹਾਈਟ ਹੁੰਦਾ, 1/2 ਬੇਸ ਇੰਟੂ ਹਾਈਟ, ਆਧਾਰ ਗੁਣਾ ਲੰਬ ਹੁੰਦਾ। ਤਾਂ ਸਾਡੇ ਕੋਲੇ ਜਿਹੜਾ 1/2 ਬੇਸ ਕਿੰਨਾ ਦੇਖੋ, ਆਧਾਰ ਕਿੰਨਾ 4 ਹੈ, ਹਾਈਟ ਕਿੰਨੀ ਹੈ 6 ਹੈ, ਇਹਨੂੰ ਕੱਟ ਦੋ 2 ਦੂਣੀ 4, 6 ਦੀ 2 ਨਾਲ ਗੁਣਾ ਕੀਤੀ ਕਿੰਨਾ ਆ ਗਿਆ 12 ਸਕੁਅਰ ਸੈਂਟੀਮੀਟਰ। ਤਾਂ ਇਹ ਸਾਡਾ ਰਾਈਟ ਆਨਸਰ ਹੈ, ਸੈਕੰਡ ਆਪਸ਼ਨ ਰਾਈਟ ਆਨਸਰ ਹੈ ਇਸਦਾ। ਤਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਨੈਕਸਟ ਜਿਹੜਾ ਸਾਡਾ ਕੁਐਸਚਨ ਹੈ 26 ਦੇਖੋ, ਜੇ ਕਿਸੇ ਡਾਟਾ ਦੇ ਹਰੇਕ ਨਿਰੀਖਣ ਦੇ ਵਿੱਚ ਹਰ ਆਬਜ਼ਰਵੇਸ਼ਨ ਦੇ ਵਿੱਚ 5 ਦਾ ਵਾਧਾ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਮੱਧਮਾਨ ਕੀ ਹੋਵੇਗਾ। ਇਹ ਕੁਐਸਚਨ ਹੈ। ਇੱਕ ਬੇਟਾ ਰਿਜ਼ਲਟ ਤੁਸੀਂ ਯਾਦ ਰੱਖਣੇ ਇਹ, ਜਦੋਂ ਕਿਸੇ ਵੀ ਡਾਟਾ ਦੇ ਵਿੱਚ ਹਰੇਕ ਟਰਮ ਦੇ ਵਿੱਚ ਹਰੇਕ ਨਿਰੀਖਣ ਦੇ ਵਿੱਚ ਜਿੰਨੇ ਨਾਲ ਗੁਣਾ ਕੀਤੀ ਜਾਂਦੀ ਹੈ ਤਾਂ ਮੱਧਮਾਨ ਵੀ ਓਨੇ ਗੁਣਾ ਹੀ ਹੋ ਜਾਂਦਾ ਹੈ। ਜਿੰਨੇ ਨਾਲ ਭਾਗ ਕੀਤੀ ਜਾਂਦੀ ਹੈ ਤਾਂ ਮੱਧਮਾਨ ਵੀ ਓਨਾ ਹੀ ਭਾਗ ਕੀਤਾ ਜਾਂਦਾ ਹੈ। ਜਿੰਨਾ ਕਿਸੇ ਹਰੇਕ ਟਰਮ ਦੇ ਵਿੱਚ ਕੋਈ ਡਾਟਾ ਜੋੜਿਆ ਜਾਂਦਾ ਹੈ, ਮੰਨ ਲਓ ਹਰੇਕ ਟਰਮ ਦੇ ਵਿੱਚ 5 ਵਾਧਾ ਕੀਤਾ ਜਾਂਦਾ ਹੈ ਤਾਂ ਜਿਹੜਾ ਮੱਧਮਾਨ ਹੈ ਉਹ ਵੀ 5 ਵੱਧ ਜਾਏਗਾ। ਤਾਂ ਇਸੇ ਤਰ੍ਹਾਂ ਜੇ ਘਟਾਇਆ ਜਾਂਦਾ ਹੈ ਤਾਂ ਮੱਧਮਾਨ ਵੀ ਓਨਾ ਹੀ ਘਟ ਜਾਵੇਗਾ। ਤਾਂ ਇੱਥੇ ਕੁਐਸਚਨ ਕੀ ਸੀ, ਹਰੇਕ ਟਰਮ ਦੇ ਵਿੱਚ ਹਰੇਕ ਨਿਰੀਖਣ ਦੇ ਵਿੱਚ 5 ਦਾ ਵਾਧਾ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਮੱਧਮਾਨ ਕੀ ਹੋਵੇਗਾ। ਦੇਖੋ ਜਿੰਨਾ ਮੱਧਮਾਨ ਪਹਿਲਾਂ ਸੀ ਉਸ ਦੇ ਵਿੱਚ ਵੀ 5 ਦਾ ਕੀ ਹੋ ਜਾਏਗਾ ਵਾਧਾ ਹੋ ਜਾਏਗਾ, ਜੁੜ ਜੂਗਾ ਜਾਣੀ, ਠੀਕ ਹੈ। ਇੱਥੇ ਕੀ ਹੈ ਉਹੀ ਰਹਿੰਦਾ ਹੈ ਨਹੀਂ, ਇੱਥੇ ਕੀ ਹੈ 5 ਗੁਣਾ ਹੋ ਜਾਂਦਾ ਹੈ। 5 ਗੁਣਾ ਤਾਂ ਹੁੰਦਾ ਜੇ ਹਰੇਕ ਨਿਰੀਖਣ ਨੂੰ ਅਸੀਂ 5 ਨਾਲ ਗੁਣਾ ਕਰਦੇ, ਪਰ ਇੱਥੇ ਕੀ ਹੋਇਆ 5 ਦਾ ਵਾਧਾ ਹੋਇਆ ਜਾਣੀ 5 ਜੋੜਿਆ ਗਿਆ ਹੈਗਾ, ਤਾਂ ਇਹ ਗਲਤ ਹੈ। ਅਗਲਾ 3 ਘਟ ਜਾਂਦਾ ਹੈ, ਘਟਦਾ ਤਾਂ ਜੇ ਅਸੀਂ ਘਟਾਇਆ ਹੁੰਦਾ, ਇਹ ਵੀ ਗਲਤ ਹੈ। ਇੱਥੇ ਕੀ ਹੈ 5 ਵੱਧ ਜਾਂਦਾ ਹੈ, ਤਾਂ ਇਹ ਸਾਡਾ ਕੀ ਹੈ ਰਾਈਟ ਆਨਸਰ ਹੈ। ਤਾਂ ਇਸ ਗੱਲ ਨੂੰ ਯਾਦ ਰੱਖਣਾ ਹੈ, ਜੇ ਭਾਗ ਕੀਤਾ ਜਾਂਦਾ ਹੈ ਤਾਂ ਮੱਧਮਾਨ ਵੀ ਭਾਗ ਹੋਵੇਗਾ, ਜੇ ਗੁਣਾ ਕੀਤਾ ਜਾਂਦਾ ਹੈ ਤਾਂ ਮੱਧਮਾਨ ਵੀ ਗੁਣਾ ਹੋਵੇਗਾ, ਜੇ ਜੋੜਿਆ ਜਾਂਦਾ ਹੈ ਜਾਂ ਵਾਧਾ ਕੀਤਾ ਜਾਂਦਾ ਹੈ ਤਾਂ ਮੱਧਮਾਨ ਦੇ ਵਿੱਚ ਵੀ ਵਾਧਾ ਹੋਵੇਗਾ, ਜੇ ਘਾਟਾ ਮਤਲਬ ਕਮੀ ਕੀਤੀ ਜਾਂਦੀ ਹੈ ਤਾਂ ਮੱਧਮਾਨ ਦੇ ਵਿੱਚ ਵੀ ਕਮੀ ਹੋਵੇਗੀ, ਠੀਕ ਹੈ। ਚਲੋ ਚੱਲਦੇ ਹਾਂ ਨੈਕਸਟ ਕੁਐਸਚਨ ਤੇ। 27 ਜਿਹੜਾ ਕੁਐਸਚਨ ਹੈ ਬੇਟਾ ਦੇਖੋ, ਇੱਕ ਬੈਗ ਵਿੱਚ 5 ਲਾਲ 8 ਕਾਲੀਆਂ ਅਤੇ 7 ਚਿੱਟੀਆਂ ਗੇਂਦਾਂ ਹਨ। ਇੱਕ ਗੇਂਦ ਅਚਾਨਕ ਨਾਲ ਚੁਣੀ ਜਾਂਦੀ ਹੈ, ਸੰਭਾਵਨਾ ਪਤਾ ਕਰੋ ਕਿ ਚੁਣੀ ਹੋਈ ਗੇਂਦ ਕਾਲੀ ਨਹੀਂ ਹੈ। ਤਾਂ ਦੇਖੋ ਕੁਐਸਚਨ ਦੇ ਵਿੱਚ ਕੀ ਹੈ, ਪਹਿਲਾਂ ਲਿਖੋ ਤੁਸੀਂ ਜਿਹੜੀਆਂ ਕੁੱਲ ਗੇਂਦਾਂ ਸਾਡੇ ਕੋਲੇ ਟੋਟਲ ਬਾਲਜ਼ ਨੇ ਉਹ ਕਿੰਨੀਆਂ, ਟੋਟਲ ਬਾਲਜ਼ ਕਿੰਨੀਆਂ ਸਾਡੇ ਕੋਲੇ ਦੇਖੋ 5 ਰੈੱਡ ਹੈ प्लस 8 ब्लैक है और 7 की है वाइट बॉल, तो टोटल कितनी हो गई है 20।
ठीक है। सानू जिहड़ी संभावना पूछी हुई है वो क्या होएगा, गेंद की है काली नहीं है। तो वो गेंदा देखो जिहड़ियां कालियां नहीं हैं किन्नियां, तो देखो 5 ते 7 किन्नियां हो गई 12। तो उन्हां दी संभावना की होगी 12/20। टोटल किन्नियां 20 है, उन्होंने असीं बटे ला देना, कट दो 4 3 12 4 5 20, तो कट के कितना आ गया 3/5। बिल्कुल आसान क्वेश्चन सी ये। तो इसका जो आंसर है की है, थर्ड आंसर की है, राइट आंसर है। अगे चलो नैक्सट क्वेश्चन देखो, जेकर तार का अर्ध व्यास 1/3 कर दिता जाए, जेकर तार का अर्ध व्यास 1/3 कर दिता जाए तो आयतन समान रहे तो उसकी उचाई किन्ने गुणा होगी, सानू क्वेश्चन पूछा हुआ है। तो इस क्वेश्चन असीं ट्रिक दे नाल कर सकते हैं। देखो जी तार होंदी है बेटा वो बेलनाकार होंदी है, सिलेंडरिकल होंदी है। पहली गल तो मान लो ये तुहाडे कोले तार है, इसका जो अर्ध व्यास है वो आर है, और इसकी जी लंबाई है हाइट है वो कितनी है एच है। तो यदा जो वॉल्यूम होगा πr² एच होगा, πr² की होगा एच होगा। हुण गल है साडे कोले उन्होंने कहा है जे क्वेश्चन दे विच भी जे अर्ध व्यास नूं 1/3 कर दिता जाए, अर्ध व्यास नूं 1/3 मतलब 1/3 कर देना है। पहला जिहड़ा साडे कोले अर्ध व्यास सी आर सीगा, हुण जिहड़ा नवां साडे कोले अर्ध व्यास होऊगा वो r/3 हो जाऊगा। 1/3 असीं करता, ये साडे कोले की है अर्ध व्यास है जिहड़ा असीं नवां बना लिया। तो उसकी लंबाई कहने किन्ने गुणा हो जाएगी। हुण असीं देखते हैं r/3 और हाइट नूं असीं h ही रखीए, जे कोई परिवर्तन ना करिए तो जिहड़ा साडा नवां वॉल्यूम है V1 कहता मैं उन्होंने फार्मूला कि πr², 3 का स्केयर कराएं कितना हो जाऊगा 9 गुणा h। तो यह साडे कोल नवां वॉल्यूम आ गया। हुण उन्होंने ये गल कही हुई है आयतन समान रहे, आयतन की रहे समान, आयतन दे विच कोई परिवर्तन नहीं होंदा। पहला आयतन कितना सी πr² h, पर हुण कितना आ गया साडे कोल πr² h/9। जे इहनूं असीं पहलां वाले दे बराबर ही करना होवे, πr² h ही बनाउणा होवे तो सानूं इहनूं 9 नाल गुणा करनी पऊगी। देखो 9 नाल जे असीं गुणा करते हैं तो 9 नाल 9 कट के कितना बन गया, पहलां वाला ही बन गया πr² h। तो रिजल्ट की आया, सानूं h नूं किन्ने नाल गुणा करनी पऊगी 9 नाल गुणा करनी पऊगी। तो क्वेश्चन दे विच यही पूछा सी, तो इसकी उचाई की होगी, तो उचाई किन्ने गुणा हो जाएगी 9 गुणा हो जाएगी। तो यह साडा की है राइट आंसर है। अगे चलते हैं नैक्सट क्वेश्चन देखो, शंकु आकार के एक तंबू नूं बनाउण दे लई 3.5 मीटर चौड़े किन्ने कपड़े की जरूरत पवेगी। कपड़े की असीं लंबाई पता करनी है, चौड़ाई सानूं दित्ती हुई है। इसका जिहड़ा अर्ध व्यास है साडे कोले शंकु का वो दिता होएगा 7 मीटर और उचाई कितनी है 24 मीटर। देखो इसका जिहड़ा अर्ध व्यास है रेडियस है वो 7 सेंटीमीटर है, सॉरी मीटर, और जिहड़ी इहदी हाइट है उचाई है वो कितनी है 24 मीटर है। यानी आर की वैल्यू सानू दिती हुई हैगी 7 मीटर और हाइट एच दिती हुई है सानू 24 मीटर। इतों असीं एल कढ लांगे स्लेंट हाइट, उसका फार्मूला साडे याद है की हुंदा r² + h², उसका स्केयर रूट पाइथागोरस थ्योरम लगाने हुंदे हैं। 7² + 24², 7 का स्केयर कितना हुंदा 49 और 24 का कितना हुंदा हैगा 576। तो इन्होंने जोड़ दो, ये बन गया साडे कोल 625 और 625 का वर्गमूल कितना हुंदा 25 मीटर। तो ये साडे कोल एल आ गई, एल कितनी आ गई 25 मीटर। तो जदों भी कोई तंबू आकार का शंकु आकार का तंबू बनाउणा हुंदा बेटा, उदों असीं करवड सरफेस एरिया यानी सतह का खेत्रफल, पासवी सतह का खेत्रफल पता करते हैं। ਉਹਦਾ फार्मूला की है πr/l। तो जिहड़ा कपड़ा ਉਹਦੇ ਵਿੱਚ ਲੱਗੂਗਾ तंबू ਨੂੰ ਬਣਾਉਣ ਦੇ ਲਈ उसका खेत्रफल अपने को आ जाएगा कितना, पाई की वैल्यू y/7, आर की वैल्यू कितनी है साडे कोले, अर्ध व्यास 7 है, एल असीं हुणी फाइंड आउट की है 25। 7 नाल 7 कट्टिया गया, y की असीं 25 नाल गुणा कर देंगे, ये साडे कोले की आ गया y × 25। ये खेत्रफल आ गया, एरिया आ गया जिन्ना उस तंबू नूं बनाउण दे लई कपड़ा लग्या। ठीक है, असीं लंबाई पता करनी सी उस कपड़े की जिहड़े दी सानूं जरूरत है, उसनूं की करांगे, जिहड़ा खेत्रफल असीं पता कीता हैगा कपड़े का उसनूं चौड़ाई ते भाग कर देंगे, जिहड़ी चौड़ाई सानूं दित्ती हुई है, तो उत्थों की आ जूगी लंबाई। तो खेत्रफल साडे कोल हैगा y × 25। जदों असीं इस नूं
ਚੌੜਾਈ ਤੇ, ਜਿਹੜੀ ਚੌੜਾਈ ਸਾਨੂੰ ਦਿੱਤੀ ਹੋਈ ਹੈ 2.5, ਉਸ ਤੇ ਭਾਗ ਕਰ ਦਾਂਗੇ, ਡਿਵਾਈਡ ਕਰ ਦਾਂਗੇ, ਤਾਂ ਸਾਡੇ ਕੋਲੇ ਉਸ ਕੱਪੜੇ ਦੀ ਲੰਬਾਈ ਆ ਜਾਏਗੀ। ਕਿਉਂਕਿ ਖੇਤਰਫਲ ਹੁੰਦਾ ਜਿਹੜਾ ਆਇਤ ਦਾ, ਉਹ ਲੰਬਾਈ ਗੁਣਾ ਚੌੜਾਈ ਹੁੰਦਾ। ਜੇ ਖੇਤਰਫਲ ਨੂੰ ਚੌੜਾਈ ਤੇ ਭਾਗ ਕਰ ਦਿੰਦੇ ਆ ਤਾਂ ਲੰਬਾਈ ਆ ਜਾਂਦੀ ਹੈ, ਜੇ ਲੰਬਾਈ ਤੇ ਭਾਗ ਕਰ ਦਿੰਦੇ ਤਾਂ ਕੀ ਆ ਜਾਂਦੀ ਹੈ, ਚੌੜਾਈ ਆ ਜਾਂਦੀ ਹੈ। ਤਾਂ ਜਿਹੜਾ ਪੁਆਇੰਟ ਦਾ 10 ਹੈ ਇਹਨੂੰ ਉੱਪਰ ਲਗਾ ਦਾਂਗੇ ਅਸੀਂ, ਥੱਲੇ ਇੱਕ ਬਾਅਦ ਪੁਆਇੰਟ ਹੈ ਉਸ ਦਾ ਉੱਪਰ ਕੀ ਲਗਾ ਦਿਓ, 10 ਲਗਾ ਦਿਓ। 25 ਨਾਲ 25 ਕੱਟਿਆ ਗਿਆ, ਤਾਂ 22 ਦੀ ਜਦੋਂ 10 ਨਾਲ ਗੁਣਾ ਕੀਤੀ ਤਾਂ ਕਿੰਨਾ ਆ ਗਿਆ, 220 ਵਰਗ ਮੀਟਰ, 220 ਮੀਟਰ ਸੌਰੀ, ਲੰਬਾਈ ਹੈ 220 ਮੀਟਰ। ਤਾਂ ਇਹ ਸਾਡੇ ਕੋਲੇ ਰਾਈਟ ਆਨਸਰ ਹੈ 220 ਇਹਦਾ। ਦੇਖੋ ਆਪਸ਼ਨ ਕਿਹੜਾ ਹੈਗਾ, ਇਹ ਥਰਡ ਦੇ ਵਿੱਚ ਰਾਈਟ ਆਨਸਰ ਹੈ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਦੇਖੋ, ਸਮੀਕਰਨ ਦੇ ਮੂਲ ਪਤਾ ਕਰੋ। ਸਮੀਕਰਨ ਦੇ ਮੂਲ ਪਤਾ ਕਰੋ, ਤਾਂ ਇਹ ਤੁਸੀਂ ਵੈਲਿਊ ਪੁੱਟ ਕਰਕੇ ਵੀ ਦੇਖ ਸਕਦੇ ਹੋ, ਫੈਕਟਰ ਨਾਲ ਵੀ ਬੇਟਾ ਕਰ ਸਕਦੇ ਹੋ। ਤਾਂ ਜਦੋਂ ਇਹਦੇ ਫੈਕਟਰ ਅਸੀਂ ਕਰਦੇ ਹਾਂ, ਸਾਨੂੰ ਗੁਣਾ 6 ਚਾਹੀਦੀ ਹੈ, ਜੋੜ ਕਿੰਨਾ ਚਾਹੀਦਾ 5, ਤਾਂ ਇਹ ਬਣ ਜਾਣਗੇ x² + 3x + 2x + 6 = 0। 3 ਤੇ 2 ਦੀ ਗੁਣਾ 6 ਹੁੰਦੀ ਹੈ, 3 ਤੇ 2 ਦਾ ਜੋੜ ਹੈ ਜਿਹੜਾ ਉਹ ਕਿੰਨਾ ਹੁੰਦਾ, 5 ਹੁੰਦਾ। ਪਹਿਲਾਂ ਚੋਂ x ਕੋਮਨ ਆ ਗਿਆ, x + 3, ਉਸ ਤੋਂ ਬਾਅਦ 2 ਕੋਮਨ ਆ ਗਿਆ ਅਗਲੇ ਦੋ ਚ, ਇਹ ਆ ਗਿਆ x + 3, ਫਿਰ x + 3 ਕੋਮਨ ਕੱਢ ਲਿਆ। ਉਸ ਤੋਂ ਬਾਅਦ ਪਹਿਲੇ ਫੈਕਟਰ ਦੇ ਵਿੱਚ ਇੱਥੇ x ਬਚ ਗਿਆ ਸਾਡੇ ਕੋਲੇ, ਦੂਸਰੇ 'ਚ ਕਿੰਨਾ ਬਚ ਗਿਆ 2, ਔਰ ਬਰਾਬਰ ਕੀ ਰੱਖਾਂਗੇ 0। ਜਦੋਂ ਪਹਿਲੇ ਨੂੰ 0 ਦੇ ਬਰਾਬਰ ਰੱਖਾਂਗੇ x + 3 ਨੂੰ, ਤਾਂ x ਦੀ ਵੈਲਿਊ ਆਈ -3। ਜਦੋਂ ਦੂਸਰੇ ਨੂੰ ਬਰਾਬਰ ਰੱਖਾਂਗੇ x + 2 ਨੂੰ 0 ਦੇ, ਤਾਂ x ਦੀ ਵੈਲਿਊ ਕਿੰਨੀ ਆਈ -2। ਤਾਂ ਦੇਖੋ ਆਨਸਰ ਕੀ ਆਇਆ ਸਾਡਾ -2 ਔਰ -3, ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ ਇਸ ਕੁਐਸਚਨ ਦਾ। ਅੱਗੇ ਨੈਕਸਟ ਕੁਐਸਚਨ ਦੇਖੋ, ਬਾਹਰੀ ਬਿੰਦੂ P ਤੋਂ ਬਿੰਦੂ O ਵਾਲੇ ਇੱਕ ਚੱਕਰ ਤੇ ਖਿੱਚੀਆਂ ਗਈਆਂ ਦੋ ਸਪਰਸ਼ ਰੇਖਾਵਾਂ, ਦੋ ਆਪਾਂ ਟੈਂਜੈਂਟ ਡਰਾ ਕੀਤੀਆਂ P ਪੁਆਇੰਟ ਤੋਂ, ਇੱਕ ਦੂਜੇ ਦੇ ਲੰਬਵਤ ਹਨ, ਯਾਨੀ ਇੱਕ ਦੂਜੇ ਨਾਲ ਕਿੰਨੇ ਦਾ ਕੋਣ ਬਣਾਉਂਦੀਆਂ, ਉਹ 90 ਡਿਗਰੀ ਦਾ ਜਿਹੜਾ ਕੋਣ ਆ ਉਹ ਬਣਾਉਂਦੀਆਂ। ਜੇ ਹਰੇਕ ਸਪਰਸ਼ ਰੇਖਾ ਦੀ ਲੰਬਾਈ 6 ਸੈਂਟੀਮੀਟਰ ਹੋਵੇ ਤਾਂ ਚੱਕਰ ਦਾ ਅਰਧ ਵਿਆਸ ਪਤਾ ਕਰੋ। ਤਾਂ ਆਹ ਦੇਖੋ ਡਾਇਗਰਾਮ ਹੈ ਬੇਟਾ, ਇੱਥੋਂ ਹੀ ਸਮਝ ਕੇ ਆਪਾਂ ਕੁਐਸਚਨ ਨੂੰ ਕਰਨਾ ਹੈ। ਸਾਨੂੰ ਆਹ ਐਂਗਲ 90 ਡਿਗਰੀ ਦਿੱਤਾ ਹੋਇਆ, ਆਹ ਪਹਿਲਾਂ ਹੀ 90 ਹੁੰਦਾ ਕਿਉਂਕਿ ਜਿਹੜੀ ਸਪਰਸ਼ ਰੇਖਾ ਹੈ ਉਹ ਅਰਧ ਵਿਆਸ ਤੇ ਕਿੰਨਾ ਕੋਣ ਬਣਾਉਂਦੀ ਹੈ, 90 ਡਿਗਰੀ ਦਾ। ਲੰਬ ਹੁੰਦੇ ਆ ਆਪਸ ਦੇ ਵਿੱਚ, ਸਪਰਸ਼ ਰੇਖਾ ਤੇ ਅਰਧ ਵਿਆਸ ਕੀ ਹੁੰਦੇ ਆਪਸ ਦੇ ਵਿੱਚ, ਲੰਬ। ਤਾਂ ਇਸੇ ਤਰ੍ਹਾਂ ਕੋਣ ਵੀ ਕਿੰਨੇ ਦਾ, 90 ਦਾ। ਚਤੁਰਭੁਜ ਦੇ ਸਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ, ਤਿੰਨ ਕੋਣ 90 ਦੇ ਆ ਗਏ, ਤਾਂ ਚੌਥਾ ਕੋਣ ਜਿਹੜਾ ਉਹ ਵੀ ਕੀ ਬਣੂਗਾ 90 ਡਿਗਰੀ। ਇੱਕ ਸਪਰਸ਼ ਰੇਖਾ ਦੀ ਜਿਹੜੀ ਲੰਬਾਈ ਆ ਉਹ ਸਾਨੂੰ ਦਿੱਤੀ ਹੋਈ ਹੈ 6 ਸੈਂਟੀਮੀਟਰ, ਤਾਂ ਦੂਸਰੀ ਦੀ ਵੀ ਕਿੰਨੀ ਹੋਊਗੀ 6 ਸੈਂਟੀਮੀਟਰ। ਕਿਉਂ? ਕਿਉਂਕਿ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਕੀ ਹੁੰਦੀਆਂ, ਆਪਸ ਦੇ ਵਿੱਚ ਬਰਾਬਰ ਹੁੰਦੀਆਂ। ਹੁਣ ਇਹ ਸਾਡੇ ਕੋਲੇ ਦੇਖੋ 90 ਦੇ ਕੋਣ ਸਾਰੇ ਬਣ ਰਹੇ ਹੈ, ਤਾਂ ਇੱਕ ਜਾਂ ਤਾਂ ਵਰਗ ਹੈ ਜਾਂ ਕੀ ਇੱਕ ਆਇਤ ਹੈ। ਪਰ ਜਦੋਂ ਆਹ ਭੁਜਾ 6 ਹੈ ਤਾਂ ਇਹਦੇ ਸਾਹਮਣੇ ਵਾਲੀ ਵੀ ਕਿੰਨੀ ਹੋਊਗੀ, 6 ਹੋਊਗੀ। ਆਹ ਸਾਡੇ ਕੋਲੇ PA 6 ਹੈ ਤਾਂ BO ਵੀ ਕਿੰਨੀ ਹੋਊਗੀ, 6 ਸੈਂਟੀਮੀਟਰ ਹੋਵੇਗੀ। ਤਾਂ ਇਹ ਜਿਹੜੀ ਸਾਡੇ ਕੋਲੇ ਡਾਇਗਰਾਮ ਬਣ ਰਿਹਾ ਇਹ ਇੱਕ ਵਰਗ ਬਣ ਰਿਹਾ, ਠੀਕ ਹੈ। ਤਾਂ ਸਾਨੂੰ ਅਰਧ ਵਿਆਸ ਪੁੱਛਿਆ ਸੀ, ਸਾਡਾ ਅਰਧ ਵਿਆਸ ਆ ਗਿਆ, BO ਕੀ ਹੈ ਸਾਡਾ ਅਰਧ ਵਿਆਸ ਹੈ। ਅਰਧ ਵਿਆਸ ਕਿੰਨਾ ਆ ਗਿਆ ਫਿਰ ਇਸ ਡਾਇਗਰਾਮ ਦੇ ਵਿੱਚ ਸਾਡੇ ਕੋਲੇ 6 ਸੈਂਟੀਮੀਟਰ। ਤਾਂ ਇਹੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਦੇਖੋ ਇਹ ਕੁਐਸਚਨ ਦਾ ਆਨਸਰ 6 ਸੈਂਟੀਮੀਟਰ ਸੈਕੰਡ ਆਪਸ਼ਨ ਦੇ ਵਿੱਚ ਸਾਨੂੰ ਮਿਲ ਰਿਹਾ ਹੈਗਾ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਅਗਲਾ ਜਿਹੜਾ ਸਾਡੇ ਕੋਲੇ ਕੁਐਸਚਨ ਹੈ, ਦੇਖੋ ਚਿੱਤਰ ਵਿੱਚ DE ਹੈ ਜਿਹੜੀ ਉਹ BC ਦੇ ਸਮਾਂਤਰ ਹੈ ਅਤੇ AC ਬਰਾਬਰ ਸਾਨੂੰ ਦਿੱਤਾ ਹੋਇਆ 28 ਸੈਂਟੀਮੀਟਰ। EC ਦੀ ਜਿਹੜੀ ਲੰਬਾਈ ਹੈ ਉਹ 7 ਸੈਂਟੀਮੀਟਰ ਹੈ, ਇਹ ਸਾਨੂੰ ਗਿਵਨ ਹੈ। BC ਸਾਨੂੰ ਦਿੱਤਾ ਹੋਇਆ 56 ਸੈਂਟੀਮੀਟਰ ਔਰ DE ਦੀ ਜਿਹੜੀ ਵੈਲਿਊ ਹੈ ਉਹ ਫਾਈਂਡ ਆਊਟ ਕਰਨੀ ਹੈ। ਤਾਂ ਜਿਹੜਾ ਡਾਇਗਰਾਮ ਹੈ ਬੇਟਾ ਇਹ ਵਿਜ਼ੀਬਲ ਨਹੀਂ ਸੀਗਾ ਥੋੜਾ ਜਿਹਾ, ਤਾਂ ਇਸ ਕਰਕੇ ਇਸ ਨੂੰ ਦੁਬਾਰਾ ਆਪਾਂ ਡਰਾ ਕੀਤਾ ਹੋਇਆ। ਇੱਥੇ ਆਪਾਂ ਲਿਖਦੇ ਹਾਂ ਜੋ ਸਾਨੂੰ ਟਰਮਜ਼ ਦਿੱਤੀਆਂ ਹੋਈਆਂ। ਪਹਿਲਾਂ ਜਿਹੜੀ ਟ੍ਰਾਇੰਗਲ ਹੈ ਦੇਖੋ AB ਔਰ C, AB ਔਰ C, ਇੱਥੇ ਸਾਡੇ ਕੋਲ D ਔਰ ਇੱਥੇ ਕੀ ਹੈ E। ਹੋਰ ਕੀ ਗਿਵਨ ਹੈ, ਦੇਖੋ ਸਾਨੂੰ ਦਿੱਤਾ ਹੋਇਆ BC ਦੀ ਜਿਹੜੀ ਵੈਲਿਊ ਹੈ ਉਹ 56 ਹੈ ਸੈਂਟੀਮੀਟਰ ਔਰ ਜਿਹੜੀ AC ਦੀ ਵੈਲਿਊ ਹੈ ਉਹ ਸਾਨੂੰ ਦਿੱਤੀ ਹੋਈ 28 ਔਰ EC ਦੀ ਵੈਲਿਊ ਹੈਗੀ ਹੈ 7 ਸੈਂਟੀਮੀਟਰ। ਇਹ ਸਾਨੂੰ ਕੀ ਹੈ, ਗਿਵਨ ਹੈ। ਔਰ ਵੈਲਿਊ ਅਸੀਂ ਕਿਸ ਦੀ ਫਾਈਂਡ ਆਊਟ ਕਰਨੀ ਹੈ, DE ਦੀ। ਮੰਨ ਲਓ DE ਦੀ ਵੈਲਿਊ ਅਸੀਂ ਕੀ ਮੰਨ ਲੈਂਦੇ ਹਾਂ, X ਹੈ, ਤਾਂ ਇਹ ਵੈਲਿਊ ਅਸੀਂ ਫਾਈਂਡ ਆਊਟ ਕਰਨੀ ਹੈ। DE ਹੈ ਜਿਹੜੀ ਦੇਖੋ ਇਹ BC ਦੇ ਕੀ ਹੈ, ਪੈਰਲਲ ਹੈ। ਜਦੋਂ BC ਦੇ ਪੈਰਲਲ ਹੈ ਤਾਂ ਆਹ ਕੋਣ ਜਿਹੜਾ D ਹੈ ਔਰ B ਹੈ ਇਹ ਬਰਾਬਰ ਹੋਣਗੇ।
ई कोण किस दे बराबर होगा सी दे, क्योंकि किहड़े कोण है ये संगत कोण है। ये दोनों कोण आपस च बराबर होणगे बी और डी, क्यों किहड़े कोण है ये संगत कोण। इसे तरह ई और सी कोण है जिहड़ा ये भी दोनों बराबर होणगे। ई कोण है जिहड़ा वो कोण सी दे बराबर होगा, क्यों ये भी किहड़े कोण है संगत कोण है। ਜਦੋਂ ਕਿਸੇ त्रिभुज ਦੇ दो कोण दूसरी त्रिभुज ਦੇ दो कोणां ਦੇ बराबर हो जाण ਤਾਂ ਉਹ त्रिभुजां आपस ਦੇ ਵਿੱਚ ਸਮਰੂਪ ਹੁੰਦੀਆਂ। ਇਸ ਕਰਕੇ ਜਿਹੜੀ ट्रायंगल ADE है ਉਹ ਸਿਮੀਲਰ है, ਸਮਰੂਪ है ਕਿਹੜੀ ट्रायंगल ਦੇ ABC ਦੇ। ਤਾਂ ਸਮਰੂਪ त्रिभुजां ਦੀਆਂ ਜਿਹੜੇ ਉਹ ਸੰਗਤ ਭੁਜਾਵਾਂ ਲਗਾਵਾਂਗੇ ਅਸੀਂ, ਉਹਨਾਂ ਦਾ ਅਨੁਪਾਤ ਬਰਾਬਰ ਹੁੰਦਾ। ਪਹਿਲੀ ਦੀ ਭੁਜਾ ਅਸੀਂ ਲਗਾਈ DE ਔਰ ਦੂਸਰੀ ਦੀ ਭੁਜਾ ਲਗਾ ਲਈ ਵੱਡੀ ਦੀ BC। उस तो बाद पहली ट्रायंगल छोटी दी असीं भुजा लगाई AE और वड्डी दी भुजा की ला ली असीं AC। तो इसनूं असीं लगा लिया DE की वैल्यू X दी हुई है, BC की वैल्यू 56 दी हुई है, AE की वैल्यू नहीं गिवन तो वो असीं कट सकते इत्थों बड़ी आसानी नाल। देखो AE की वैल्यू की होगी, इहदी वैल्यू होगी AC दे विचों जे असीं EC घटा दिंदे हैं, AC सानूं 28 दी हुई है, EC सानूं 7 दी हुई है, इहनूं असीं माइनस करांगे तो कितनी आ गई 21 सेंटीमीटर ये वैल्यू आ गई। तो इत्थे हुण इहनूं असीं पुट कर दांगे 21 बटा AC सारी दित्ती हुई है कितनी है 28। तो X की वैल्यू कितनी आ गई 56 की उधर मल्टीप्लाई हो जू गुणा हो जूगी, इनू कट दांगे 28 दूना 56, 21 की 2 नाल गुणा की कितना आ गया 42 सेंटीमीटर। तो जी DE की वैल्यू है वो कितनी है 42 सेंटीमीटर। तो चलते हैं नैक्सट क्वेश्चन पे, इसनूं नोट डाउन कर लो, स्क्रीनशॉट लै लो बेटा इसका, ताकि तुसीं इसनूं बाद दे विच देख सको जिहड़ा क्वेश्चन है वो किस तरह सॉल्व किया गया। सब तो पहला जी छोटी ट्रायंगल है उपर वाली ADE वो वड्डी ट्रायंगल दे की होगी समरूप होगी, सिमिलर होगी, क्योंकि दो कोण पहली ट्रायंगल दे दूसरी दे दो कोणां दे बराबर है। तो कोण कोण समरूपता नियम दे नाल दोने ट्रायंगल च की हो जाणगीआं सिमिलर हो जाणगीआं। उस तो बाद दो त्रिभुजां जे समरूप होंदियां तो उन्हां दे संगत भुजावां दा जिहड़ा अनुपात है, अनुसारी भुजावां दा जिहड़ा अनुपात हुंदा है वो बराबर हुंदा हैगा। असीं उन्हां नूं बराबर रखता, उत्थे वैल्यू पुट करती और X की वैल्यू असीं फाइंड आउट कर ली। तो चलते हैं नैक्सट क्वेश्चन पे। अगला क्वेश्चन साडे कोले देखो की है, एक ट्रायंगल साडे कोले ABC है और एक है DEF। दोनों दे विच देखो की दिता होया है ABC साडे कोले ट्रायंगल एक, तो दूसरी ट्रायंगल साडे कोले हैगी है DE और F। पहला सानू की दिता होया B कोण है जिहड़ा E कोण दे बराबर है और जिहड़ा F कोण है वो किस दे बराबर है C कोण दे बराबर है। उस तो बाद दिता होया AB बराबर 2 DE। तो दोवें त्रिकोणां की होणगीआं, सानू 4 ऑप्शन दिते हुए है, इन्हां दा असीं आंसर देना। देखो इहनूं आपां बड़ी ईजीली क्वेश्चन नूं करदे हैं, ध्यान नाल देखना। सब तो पहला साडे कोले जिहड़ा रिजल्ट सीगा वो ये सी भी जिहड़ा B कोण है वो E कोण दे बराबर है। दूसरा सानू दिता होया सी कोण F है जिहड़ा वो कोण C दे बराबर है। जदों किसी ट्रायंगल दे दो कोण दूसरी ट्रायंगल दे दो कोणां दे बराबर हो जाते हैं तो उत्थों असीं कह सकते हैं दोनों ट्रायंगल जो की है समरूप हैं। सर्वंगसम नहीं कह सकते, सर्वंगसम उदों होणगीआं जे उन्हां दे विचकारली भुजा बराबर है। ठीक है, पहली गल ये भी दोने जो दो कोण बराबर हो जाते हैं तो ट्रायंगल की होंगे सिमिलर होंगे समरूप होंगे। पहले दो तो असी इस नतीजे ते पहुँच चुके हैं भी दोनों ट्रायंगल जो सिमिलरता हैगियां। ठीक है, जे हुण असी आंसर वाल झात मारीए देखिए भी आंसर की है। पहला क्या है सर्वंगसम हैं पर समरूप नहीं हैं, तो ये बिल्कुल गलत है, समरूपता साडे कोले आ चुके हैं। और दूसरा ऑप्शन है जो उस दे विच क्या होया समरूप है पर सर्वंगसम नहीं, ये साडा आंसर हो सकता है। तीसरे च क्या होया ना समरूप, समरूप नहीं क्या होया, इनू असीं कट दांगे क्योंकि समरूपता साडे कोले आ चुके हैं। अगे है सर्वंगसम अते समरूप दोवें, ये भी साडा आंसर हो सकता है। हुण असीं जिहड़ी दूसरी सानू शर्त दित्ती हुई है उस दे विच की क्या होएगा AB बराबर है AB जिहड़ी भुजा है वो 2 DE दे बराबर है, 2 DE दे बराबर है। AB जिहड़ी भुजा है आ वाली भुजा AB वो 2 DE दे बराबर है, इस दे बराबर है। इन्हां नूं बराबर होना चाहिए सी जे सर्वंगसम होंदियां तां एक दूसरे नूं ये पूरा पूरा ढकदियां। सर्वंगसम होने का मतलब ही यही होंदा है सारियां भुजावां की है
ਅਨੁਸਾਰੀ ਭਾਗ ਕੀ ਹੁੰਦੇ, ਸਾਰੇ ਬਰਾਬਰ ਹੁੰਦੇ ਆ। ਤਾਂ ਇੱਥੇ ਬਰਾਬਰ ਨਹੀਂ ਹੈਗਾ, ਏ ਬੀ ਹੈ ਜਿਹੜਾ ਉਹ ਡੀ ਈ ਦਾ 2 ਗੁਣਾ ਹੈ। ਤਾਂ ਇੱਥੋਂ ਇਹ ਕਹਿ ਸਕਦੇ ਹਾਂ ਅਸੀਂ ਸਰਵੰਗ ਸਮ ਨਹੀਂ ਹੈਗੀਆਂ, ਸਰਵੰਗ ਸਮ ਕੰਗਰੂਐਂਟ ਨਹੀਂ ਹੈਗੀਆਂ, ਸਰਵੰਗ ਸਮ ਨਹੀਂ। ਤਾਂ ਸਾਡਾ ਆਨਸਰ ਕੀ ਹੈ, ਸਮਰੂਪ ਹੈ ਪਰ ਸਰਵੰਗ ਸਮ ਨਹੀਂ ਹੈ। ਤਾਂ ਦੇਖੋ ਕਿੱਥੇ ਆਪਸ਼ਨ, ਦੇਖੋ ਸਰਵੰਗ ਸਮ ਹਨ ਪਰ ਸਮਰੂਪ ਨਹੀਂ ਹਨ। ਤਾਂ ਸੈਕੰਡ ਆਪਸ਼ਨ 'ਚ ਦੇਖੋ ਸਮਰੂਪ ਪਰ ਸਰਵੰਗ ਸਮ ਨਹੀਂ। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ। ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ। ਜੇਕਰ ਬਿੰਦੂ P ਤੋਂ O ਕੇਂਦਰ ਵਾਲੇ ਕਿਸੇ ਚੱਕਰ ਤੇ PA ਅਤੇ PB ਦੋ ਸਪਰਸ਼ ਰੇਖਾਵਾਂ ਆਪਸ ਵਿੱਚ 80 ਡਿਗਰੀ ਦੇ ਕੋਣ ਤੇ ਝੁਕੀਆਂ ਹੋਣ ਤਾਂ ਕੋਣ POA ਬਰਾਬਰ ਹੋਵੇਗਾ। ਇਹ ਅਸੀਂ ਪਤਾ ਕਰਨਾ ਹੈ। ਦੇਖੋ O ਚੱਕਰ ਦਾ ਕੇਂਦਰ ਹੈ, P ਇੱਕ ਬਾਰ ਪੁਆਇੰਟ ਹੈ, ਉਸ ਤੋਂ ਦੋ ਸਪਰਸ਼ ਰੇਖਾਵਾਂ PA ਔਰ PB ਡਰਾਅ ਕੀਤੀਆਂ ਹੋਈਆਂ। ਦੋਨੋਂ ਸਪਰਸ਼ ਰੇਖਾਵਾਂ ਦੇ ਵਿੱਚ ਜਿਹੜਾ ਕੋਣ ਆ ਦੇਖੋ ਕਿੰਨਾ ਹੈਗਾ, 80 ਡਿਗਰੀ ਦਾ ਕੋਣ ਹੈ। ਔਰ ਆਹ ਸਾਡਾ ਐਂਗਲ ਹੋਊਗਾ ਕਿੰਨਾ ਹੋਊਗਾ, 100 ਡਿਗਰੀ। ਇਹ ਤੁਹਾਨੂੰ ਬੇਟਾ ਮੈਂ ਦੱਸਿਆ ਹੋਇਆ ਵੀ ਦੋਨੋਂ ਸਪਰਸ਼ ਰੇਖਾਵਾਂ ਦੇ ਵਿੱਚ ਬਣਿਆ ਕੋਣ ਔਰ ਕੇਂਦਰ ਤੇ ਬਣਿਆ ਕੋਣ, ਉਹਨਾਂ ਦੋਨਾਂ ਦਾ ਜੋੜ ਜਿਹੜਾ ਹੁੰਦਾ ਕਿੰਨਾ ਹੁੰਦਾ, 180 ਡਿਗਰੀ ਹੁੰਦਾ ਹੈਗਾ। ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ। ਜਿਹੜਾ ਕੋਣ ਉਹ ਹੋਊਗਾ ਸੈਂਟਰ ਤੇ ਬਣਿਆ ਜਿਹੜਾ ਕੋਣ, ਔਰ ਜਿਹੜਾ ਦੋ ਸਪਰਸ਼ ਰੇਖਾਵਾਂ ਦੇ ਵਿੱਚ ਬਣਿਆ ਕੋਣ ਹੈ ਉਹਨਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ ਹੁੰਦਾ। ਇਹਨੂੰ ਤੁਸੀਂ ਲਰਨ ਕਰ ਲੈਣਾ। ਤਾਂ ਇਹ ਕੋਣ ਈਜ਼ੀਲੀ ਆ ਗਿਆ ਸਾਡੇ ਕੋਲ 100 ਡਿਗਰੀ। ਪਰ ਸਾਨੂੰ ਕੀ ਪੁੱਛਿਆ ਹੋਇਆ ਸੀ, ਕੋਣ ਸਾਨੂੰ ਪੁੱਛਿਆ ਹੋਇਆ ਕੋਣ POA। ਜਦੋਂ ਅਸੀਂ ਆ ਵਿਚਾਲੇ OP ਲਾਈਨ ਡਰਾਅ ਕਰਦੇ ਹਾਂ, OP ਇਹ ਦੋਨਾਂ ਕੋਣਾਂ ਨੂੰ ਹਾਫ ਹਾਫ ਕਰ ਦਿੰਦੀ ਹੈ। ਜੇ ਤੁਹਾਨੂੰ ਮੰਨ ਲਓ ਆਹ ਕੋਣ ਪੁੱਛਿਆ ਹੋਇਆ ਜਿੱਥੇ ਮੈਂ ਐਰੋ ਲਗਾ ਰਿਹਾ, ਇਹ ਕਿੰਨਾ ਹੋਊਗਾ 40 ਡਿਗਰੀ, 80 ਦਾ ਅੱਧਾ ਕਰਤਾ ਸੀ। ਆਹ ਕੋਣ ਵੀ ਕਿੰਨਾ ਹੋਊਗਾ ਇੱਧਰਲਾ 40 ਡਿਗਰੀ। ਇਸੇ ਤਰ੍ਹਾਂ ਇੱਧਰ ਜਿਹੜਾ ਉੱਪਰ ਕੋਣ ਹੈ ਇਹ ਕਿੰਨਾ 50 ਡਿਗਰੀ, ਔਰ ਇਸੇ ਤਰ੍ਹਾਂ ਇੱਧਰ ਜਿਹੜਾ ਆਹ ਕੋਣ ਹੈਗਾ ਇਹ ਕਿੰਨਾ 50 ਡਿਗਰੀ। ਤਾਂ ਹੁਣ ਸਾਨੂੰ ਕੋਣ POA ਪੁੱਛਿਆ ਹੋਇਆ ਸੀ, ਯਾਨੀ ਆਹ ਸਾਨੂੰ ਕੋਣ ਪੁੱਛਿਆ ਹੋਇਆ ਸੀ POA, ਜਿੱਥੇ ਮੈਂ ਕਲਰ ਭਰਿਆ ਦੇਖੋ ਰੈੱਡ ਕਲਰ। ਤਾਂ ਇਹ ਕੋਣ ਕਿੰਨਾ ਹੈਗਾ 50 ਡਿਗਰੀ ਸਾਡਾ ਕੀ ਹੈ, ਰਾਈਟ ਆਨਸਰ ਹੈ। ਬੜੀ ਈਜ਼ੀਲੀ ਅਸੀਂ ਕੁਐਸਚਨ ਨੂੰ ਕਰ ਸਕਦੇ ਹਾਂ। ਚਲੋ ਨੈਕਸਟ ਕੁਐਸਚਨ ਦੇਖੋ। ਸਮ ਚਤੁਰਭੁਜ ਦੀ ਇੱਕ ਭੁਜਾ 13 ਸੈਂਟੀਮੀਟਰ ਹੈ। ਸਮ ਚਤੁਰਭੁਜ ਸਾਡੇ ਕੋਲ ਜਿਹੜੀ ਉਹਦਾ ਜਿਹੜਾ ਡਾਇਗਰਾਮ ਸੀ ਬੇਟਾ ਵਿਜ਼ੀਬਲ ਨਹੀਂ ਸੀ, ਇਸ ਕਰਕੇ ਆਪਾਂ ਦੁਬਾਰਾ ਡਰਾਅ ਕੀਤਾ ਹੋਇਆ। ਭੁਜਾ ਜਿਹੜੀ ਸਾਨੂੰ ਦਿੱਤੀ ਹੋਈ ਹੈ 13 ਸੈਂਟੀਮੀਟਰ, ਆ ਭੁਜਾ 13 ਹੈ, ਆ ਵੀ ਸਾਡੇ ਕੋਲ 13 ਸੈਂਟੀਮੀਟਰ ਹੈ, ਹੇਠਾਂ ਵੀ ਸਾਡੇ ਕੋਲ 13 ਸੈਂਟੀਮੀਟਰ ਹੈ, ਔਰ ਉਸ ਤੋਂ ਬਾਅਦ ਇੱਧਰ ਵੀ ਕੀ ਹੈ ਸਾਡੇ ਕੋਲ 13 ਸੈਂਟੀਮੀਟਰ ਹੈ। ਔਰ ਇਸ ਦਾ ਇੱਕ ਵਿਕਰਨ ਕਿੰਨਾ 24। ਮੰਨ ਲਓ ਜਿਹੜਾ ਸਾਡੇ ਕੋਲ ABC ਸਾਡੇ ਕੋਲ ਕੀ ਹੈ, ਸਮ ਚਤੁਰਭੁਜ ਹੈ, ਜਿਹੜਾ BD ਵਿਕਰਨ ਅਸੀਂ ਮੰਨ ਲੈਂਦੇ 24 ਆ ਸਾਰਾ, ਜਿਹਦੇ ਉੱਪਰ ਮੈਂ ਰੈੱਡ ਲਾਈਨ ਡਰਾਅ ਕੀਤੀ ਹੈ ਕਿੰਨਾ 24। ਤਾਂ ਸਮ ਚਤੁਰਭੁਜ ਦੀ ਬੇਟਾ ਖਾਸੀਅਤ ਹੁੰਦੀ ਹੈ ਜਿਹੜੇ ਉਹਦੇ ਵਿਕਰਨ ਹੈ ਇੱਕ ਦੂਸਰੇ ਨੂੰ 90 ਦੇ ਕੋਣ ਤੇ, ਕਿਸ ਦੇ ਕੋਣ ਤੇ 90 ਦੇ ਕੋਣ ਦੇ ਉੱਪਰ ਰਾਈਟ ਐਂਗਲ ਦੇ ਉੱਪਰ ਸਮ ਦੋ ਭਾਜ ਕਰਦੇ ਆ, ਬਾਈਸੈਕਟ ਕਰਦੇ ਆ, ਇੱਕ ਦੂਸਰੇ ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡ ਦਿੰਦੇ ਆ। ਮੰਨ ਲਓ ਜਿਹੜਾ ਇਹ ਵਿਕਰਨ 24 ਸੈਂਟੀਮੀਟਰ ਸੀ ਉਸ ਦੇ ਵਿੱਚ 12 ਸੈਂਟੀਮੀਟਰ ਇੱਧਰ ਰਹਿ ਜਾਊਗਾ ਔਰ 12 ਹੀ ਇੱਧਰ, ਕਿਉਂਕਿ ਜਿਹੜਾ ਡਾਇਗਨਲ ਹੁੰਦੇ ਆ ਵਿਕਰਨ ਹੁੰਦੇ ਆ ਸਮ ਚਤੁਰਭੁਜ ਦੇ, ਇੱਕ ਦੂਸਰੇ ਨੂੰ 90 ਦੇ ਕੋਣ ਤੇ 90 ਡਿਗਰੀ ਦੇ ਉੱਪਰ ਸਮ ਦੋ ਭਾਜ ਕਰਦੇ ਹਨ। ਇਹ ਗੱਲ ਤੁਸੀਂ ਬੇਟਾ ਯਾਦ ਰੱਖਣੀ ਹੈ। ਹੁਣ ਜਿਹੜੀ ਆ ਟ੍ਰਾਇੰਗਲ ਬਣ ਰਹੀ ਹੈ ਵਿਚਕਾਰ AOB, ਇਹ ਇੱਕ ਰਾਈਟ ਐਂਗਲ ਟ੍ਰਾਇੰਗਲ ਹੈ। ਟ੍ਰਾਇੰਗਲ AOB ਹੈ ਜਿਹੜੀ ਉਹ ਕਿਹੜੀ ਟ੍ਰਾਇੰਗਲ ਹੈ, ਸਮਕੋਣ ਤ੍ਰਿਭੁਜ ਹੈ, ਰਾਈਟ ਐਂਗਲ ਟ੍ਰਾਇੰਗਲ ਹੈ। ਕਿਉਂਕਿ ਜਿਹੜਾ ਕੋਣ O ਹੈ ਉਹ ਕਿੰਨਾ ਹੈਗਾ 90 ਡਿਗਰੀ ਹੈ, ਤੇ 90 ਦੇ ਕੋਣ ਦੇ ਸਾਹਮਣੇ ਸਾਡੇ ਕੋਲ 13 ਸੈਂਟੀਮੀਟਰ ਕਰਨ ਹੋ ਗਿਆ ਬੇਟਾ। BO ਸਾਡਾ ਆਧਾਰ ਹੋ ਗਿਆ, ਔਰ ਅਸੀਂ ਲੰਬ AO ਅਸੀਂ ਕੱਢ ਸਕਦੇ ਹਾਂ। ਲੰਬ ਹੈ ਜਿਹੜਾ AO, ਉਹ ਲੰਬ AO ਅਸੀਂ ਪਾਈਥਾਗੋਰ ਥਿਓਰਮ ਦੇ ਯੂਜ਼ ਨਾਲ ਅਸੀਂ ਕੱਢਾਂਗੇ। ਕਿਵੇਂ ਕੀ ਹੁੰਦਾ ਪਾਈਥਾਗੋਰ ਥਿਓਰਮ ਦੇ ਵਿੱਚ, ਕਰਨ ਦਾ ਸਕੇਅਰ, ਕਰਨ ਕਿੰਨਾ 13 ਮਾਈਨਸ ਆਧਾਰ ਦਾ ਸਕੇਅਰ, ਆਧਾਰ ਕਿੰਨਾ ਸਾਡੇ ਕੋਲ 12। ਤਾਂ 13 ਦਾ ਸਕੇਅਰ ਕਰਾਂਗੇ ਕਿੰਨਾ ਆ ਜਾਊਗਾ 169, 12 ਦਾ 144, ਘਟਾਵਾਂਗੇ 25, 25 ਦਾ ਵਰਗਮੂਲ ਕਿੰਨਾ ਹੁੰਦਾ ਹੈ 5। ਤਾਂ ਸਾਡੇ ਕੋਲੇ AO ਦੀ ਵੈਲਿਊ ਆ ਗਈ 5 ਸੈਂਟੀਮੀਟਰ। ਹੁਣ ਜੇ ਅਸੀਂ ਪੂਰਾ ਵਿਕਰਨ AC ਦੇਖਣਾ ਹੋਵੇ, ਵਿਕਰਨ AC, ਤਾਂ ਕਿੰਨਾ ਹੋ ਜੀ ਦੇਖੋ 5 AO ਸੀ, ਆ 5 ਸੀ, ਤਾਂ 5 ਹੀ ਹੇਠਾਂ ਆਊਗਾ ਕਿਉਂਕਿ ਵਿਕਰਨ ਇੱਕ ਦੂਸਰੇ ਨੂੰ ਸਮ ਦੋ ਭਾਜ ਕਰਦੇ ਆ। OC ਵੀ ਕਿੰਨਾ ਆਊਗਾ, OC ਦੀ ਜਿਹੜੀ ਵੈਲਿਊ ਉਹ ਵੀ ਕਿੰਨੀ ਹੋਊਗੀ 5 ਸੈਂਟੀਮੀਟਰ ਹੀ ਹੋਵੇਗੀ। ਤਾਂ AC ਕਿੰਨਾ ਹੋ ਗਿਆ 5 + 5 10 ਸੈਂਟੀਮੀਟਰ। ਯਾਨੀ ਸਾਨੂੰ ਦੋਨੋਂ ਵਿਕਰਨ ਪਤਾ ਲੱਗ ਗਏ। ਜਿਹੜਾ ਪਹਿਲਾ ਵਿਕਰਨ ਤਾਂ ਸਾਨੂੰ ਗਿਵਨ ਨਹੀਂ ਸੀਗਾ, ਪਹਿਲਾ ਵਿਕਰਨ ਕੀ ਸੀਗਾ 24 ਸੈਂਟੀਮੀਟਰ ਸੀਗਾ, ਔਰ ਦੂਸਰਾ ਵਿਕਰਨ ਅਸੀਂ ਫਾਈਂਡ ਆਊਟ ਕਰ ਲਿਆ ਕਿੰਨਾ 10 ਸੈਂਟੀਮੀਟਰ। ਅਸੀਂ ਖੇਤਰਫਲ ਪਤਾ ਕਰਨਾ ਸੀ, ਇਸ ਦਾ ਖੇਤਰਫਲ ਹੁਣ ਅਸੀਂ ਪਤਾ ਕਰ ਦਿੰਦੇ ਹਾਂ। ਖੇਤਰਫਲ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਏਰੀਏ ਦਾ
ਉਹ ਕੀ ਹੁੰਦਾ 1/2 ਪਹਿਲਾ ਵਿਕਰਨ गुणा दूसरा विकर्ण, पहला विकर्ण गुणा दूसरा विकर्ण। 1/2 पहला कितना सीगा देखो 24 और दूसरा कितना 10, तो इनू कट दो 12 दूना 24 और 12 की 10 ना गुणा की कितना आ गया 120 स्क्वेयर सेंटीमीटर की आ गया साडा राइट आंसर आ गया। बिल्कुल ही आसान सी, सिर्फ पाइथागोरस थ्योरम लगाउणी सी, उस दे नाल असीं जिहड़ा दूसरा विकर्ण वो पता कीता जिस दे नाल साडे कोले की आ गया एरिया आ गया। तो देखो ਇਹਦਾ आंसर कितना आउंदा हैगा ऑप्शन ਦੇ ਵਿੱਚ चेक करते हैं ਆਪਾਂ 120 सेंटीमीटर ਜਿਹੜਾ ਸਾਡੇ ਕੋਲੇ ਸਕੁਅਰ ਸੈਂਟੀਮੀਟਰ ਆਊਗਾ ਇਸ ਦਾ ਏਰੀਆ 120 ਸਕੁਅਰ ਸੈਂਟੀਮੀਟਰ। ਉਮੀਦ ਕਰਦੇ ਹਾਂ ਬੇਟਾ ਜਿਹੜਾ ਅੱਜ ਦੇ ਜਿਹੜੇ ਅਸੀਂ ਕੁਐਸਚਨ ਸੋਲਵ ਕੀਤੇ ਤੁਹਾਨੂੰ ਸਮਝ ਆਏ ਹੋਣਗੇ। ਇਸੇ ਤਰ੍ਹਾਂ ਜਿਹੜੀ ਆਪਣੀ ਮਿਹਨਤ ਹੈ ਉਸ ਨੂੰ ਜਾਰੀ ਰੱਖੋ। ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਸੀ। ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜਾ 4th ਪੇਪਰ ਹੈ ਸਾਡਾ ਸੈਂਪਲ ਪੇਪਰ ਉਸ ਨੂੰ ਸੋਲਵ ਕਰਾਂਗੇ। ਤਾਂ मिलते हैं अगली क्लास दे विच। और जो बच्चे पहली बार चैनल नू विजिट कर रहे हैं प्लीज़ चैनल नू सबसक्राइब जरूर करो और जो बैल का नोटिफिकेशन है उसनू ऑन कर दो ताकि जदों भी असीं जिहड़ी वीडियो अपलोड करिए जो नोटिफिकेशन है वो तुहाडे तक पहुँच सके। मिलते हैं अगली क्लास दे विच। धन्नवाद।